ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA TV ਤੇ ਮੈਂ ਸੁਰਬੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ਾਨ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਅਮਰੀਕਾ 'ਚ ਟਰੰਪ ਪ੍ਰਸ਼ਾਸਨ ਦਾ ਇੱਕ ਹੋਰ ਵੱਡਾ ਫੈਸਲਾ, ਇਮੀਗ੍ਰੇਸ਼ਨ ਫੀਸ ਵਧਾਉਣ ਦਾ ਐਲਾਨ। ਉੱਤਰੀ ਕੈਰੋਲੀਨਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਮਰੀਕਾ ਬਾਰਡਰ ਪੈਟਰੋਲ ਨੇ ਸ਼ਾਲਟ ਆਪਰੇਸ਼ਨ ਕਰ ਦਿੱਤਾ ਖਤਮ। ਕੈਨੇਡਾ ਵੱਲੋਂ ਵੀਜ਼ਾ ਨਿਯਮ ਸਖਤ ਕੀਤੇ ਜਾਣ ਕਾਰਨ ਪੰਜਾਬੀਆਂ ਦੀ ਵਧੀ ਚਿੰਤਾ। ਕੈਨੇਡਾ 'ਚ ਸੈਂਕੜੇ ਪੰਜਾਬੀ ਨੌਜਵਾਨਾਂ ਦਾ ਭਵਿੱਖ ਹਨੇਰੇ 'ਚ। ਅਮਰੀਕਾ 'ਚ ਹੋਣ ਲੱਗਾ ਹਾਦਸਾ, ਪੰਜਾਬੀ ਟਰੱਕ ਡਰਾਈਵਰ ਦੀ ਮੌਤ। ਟਰੰਪ ਦਾ ਵੱਡਾ ਟੈਰਿਫ ਫੈਸਲਾ, 40% ਟੈਕਸ ਹਟਾਇਆ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਯਾਨੀ DHS ਨੇ ਵਨ ਬਿਗ ਬਿਊਟੀਫੁਲ ਬਿੱਲ ਐਕਟ HR-1 ਦੇ ਤਹਿਤ ਵੀਜ਼ਾ ਅਤੇ ਸਰਹੱਦੀ ਫੀਸਾਂ ਵਿੱਚ ਵਾਧਾ ਕੀਤਾ ਹੈ। DHS ਨੇ 1 ਜਨਵਰੀ 2026 ਤੋਂ ਪ੍ਰਭਾਵੀ ਮਹਿੰਗਾਈ ਐਡਜਸਟ ਵੀਜ਼ਾ ਅਤੇ ਸਰਹੱਦੀ ਫੀਸਾਂ ਦਾ ਐਲਾਨ ਕੀਤਾ ਹੈ। HR-1 ਦੇ ਲਈ DHS ਨੂੰ ਮਹਿੰਗਾਈ ਨੂੰ ਦਰਸਾਉਣ ਦੇ ਲਈ ਸਾਲਾਨਾ ਕੁਝ ਇਮੀਗ੍ਰੇਸ਼ਨ ਫੀਸਾਂ ਨੂੰ ਐਡਜਸਟ ਕਰਨ ਦੀ ਲੋੜ ਹੈ। ਇਹ ਫੈਸਲਾ ਅਮਰੀਕਾ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਵੀ ਪ੍ਰਭਾਵਿਤ ਕਰੇਗਾ। DHS ਨੇ ਇਲੈਕਟ੍ਰੋਨਿਕ ਵੀਜ਼ਾ ਅਪਡੇਟ ਸਿਸਟਮ, ਇਲੈਕਟ੍ਰੋਨਿਕ ਸਿਸਟਮ ਫॉर ਟਰੈਵਲ ਆਥੋਰਾਈਜ਼ੇਸ਼ਨ ਦੇ ਲਈ ਮਹਿੰਗਾਈ ਐਡਜਸਟ ਇਮੀਗ੍ਰੇਸ਼ਨ ਫੀਸਾਂ ਅਤੇ ਸੀਮਿਤ ਸਮੇਂ ਲਈ ਅਮਰੀਕਾ ਆਉਣ ਵਾਲੇ ਗੈਰ ਨਾਗਰਿਕਾਂ ਲਈ ਪੈਰੋਲ ਫੀਸਾਂ ਦਾ ਐਲਾਨ ਕੀਤਾ ਹੈ। ਇਹ ਫੀਸ ਬਦਲਾ ਸਾਰੇ ਭਾਰਤੀ ਵੀਜ਼ਾ ਬਿਨੇਕਾਰਾਂ ਨੂੰ ਪ੍ਰਭਾਵਿਤ ਨਹੀਂ ਕਰਨਗੇ, ਪਰ ਇਹ ਭਾਰਤੀਆਂ ਲਈ ਪ੍ਰਭਾਵ ਤੋਂ ਬਿਨਾਂ ਵੀ ਨਹੀਂ ਹਨ। ਟਰੰਪ ਪ੍ਰਸ਼ਾਸਨ ਦੇ ਵੀਜ਼ਾ ਅਤੇ ਸਰਹੱਦੀ ਫੀਸਾਂ ਵਧਾਉਣ ਦੇ ਫੈਸਲੇ ਦਾ ਖਾਸ ਤੌਰ ਤੇ ਉਹਨਾਂ ਭਾਰਤੀਆਂ ਤੇ ਅਸਰ ਪਵੇਗਾ ਜੋ ਵੀਜ਼ਾ ਛੋਟ ਪ੍ਰੋਗਰਾਮ ਦੀ ਵਰਤੋਂ ਨਹੀਂ ਕਰਦੇ। ਇੱਕ ਵਾਰ ਵਧੀਆਂ ਫੀਸਾਂ ਲਾਗੂ ਹੋਣ ਤੋਂ ਬਾਅਦ ਅਗਲੇ ਸਾਲ ਤੋਂ ਅਮਰੀਕਾ ਵਿੱਚ ਪੈਰੋਲ ਦੇ ਲਈ ਅਰਜ਼ੀ ਦੇਣ ਵਾਲਿਆਂ ਲਈ ਲਾਗਤ ਥੋੜੀ ਜਿਹੀ ਵੱਧ ਜਾਵੇਗੀ। ਪੈਰੋਲ ਵਿਅਕਤੀਆਂ ਨੂੰ ਵੀਜ਼ਾ ਜਾਂ ਰਸਮੀ ਦਾਖਲਾ ਸਥਿਤੀ ਤੋਂ ਬਿਨਾਂ ਕੁਝ ਸਮੇਂ ਲਈ ਅਮਰੀਕਾ ਵਿੱਚ ਦਾਖਲ ਹੋਣ ਅਤੇ ਰਹਿਣ ਦੀ ਆਗਿਆ ਦਿੰਦਾ ਹੈ। ਇਹ ਇਜਾਜ਼ਤ ਸਿਰਫ ਕੁਝ ਸ਼ਰਤਾਂ ਅਧੀਨ ਹੀ ਦਿੱਤੀ ਜਾਂਦੀ ਹੈ ਜੋ ਕਿ ਮਾਨਵਤਾਵਾਦੀ ਜਾਂ ਜਨਤਕ ਹਿੱਤ ਵਿੱਚ ਹੋ ਸਕਦੀਆਂ ਹਨ। ਜਾਰੀ ਕੀਤੇ ਗਏ ਇੱਕ ਨੋਟਿਸ ਵਿੱਚ DHS ਨੇ ਕਿਹਾ ਹੈ ਕਿ ਵਿੱਤੀ ਸਾਲ 2026 ਲਈ ਫਾਰਮ I-94 ਆਗਮਨ ਜਾਂ ਰਵਾਨਗੀ ਰਿਕਾਰਡ ਅਰਜ਼ੀ ਲਈ ਮੌਜੂਦਾ ਫੀਸ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਇਹ $30 ਸੀ ਅਤੇ ਉਹੀ ਰਹੇਗਾ। US ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਯਾਨੀ ਕਿ CBP ਸਾਰੇ ਵਿਦੇਸ਼ੀ ਸੈਲਾਨੀਆਂ ਨੂੰ ਇੱਕ ਇਲੈਕਟ੍ਰੋਨਿਕ ਫਾਰਮ I-94 ਆਗਮਨ ਰਵਾਨਗੀ ਰਿਕਾਰਡ ਪ੍ਰਦਾਨ ਕਰਦਾ ਹੈ, ਜਿਨ੍ਹਾਂ ਨੂੰ ਕਾਨੂੰਨੀ ਤੌਰ ਤੇ ਪਹੁੰਚਣ ਤੇ ਇਸ ਨੂੰ ਜਮ੍ਹਾਂ ਕਰਨ ਦੀ ਲੋੜ ਹੁੰਦੀ ਹੈ। CBP ਦੁਆਰਾ ਜਾਰੀ ਕੀਤੇ ਗਏ ਇੱਕ ਫੈਡਰਲ ਰਜਿਸਟਰਡ ਨੋਟਿਸ ਦੇ ਵਿੱਚ ਕਿਹਾ ਗਿਆ ਹੈ ਕਿ ਪੈਰੋਲ ਫੀਸ $1000 ਤੋਂ ਵਧਾ ਕੇ $1020 ਯਾਨੀ ਕਿ ਭਾਰਤੀ ਰੁਪਏ ਅਨੁਸਾਰ 90,300 ਰੁਪਏ ਕਰ ਦਿੱਤੀ ਜਾਵੇਗੀ, ਜੋ 1 ਜਨਵਰੀ 2026 ਤੋਂ ਲਾਗੂ ਹੋਵੇਗੀ। ਇਲੈਕਟ੍ਰੋਨਿਕ ਸਿਸਟਮ ਫॉर ਟਰੈਵਲ ਆਥੋਰਾਈਜ਼ੇਸ਼ਨ ਫੀਸ ਵਿੱਚ $0.27 ਦਾ ਥੋੜਾ ਵਾਧਾ ਹੋਵੇਗਾ। ਇਸ ਨਾਲ ਭਾਰਤੀਆਂ ਤੇ ਕੋਈ ਅਸਰ ਨਹੀਂ ਪਵੇਗਾ। ਭਾਰਤ ਵੀਜ਼ਾ ਛੋਟ ਪ੍ਰੋਗਰਾਮ ਯਾਨੀ VWP ਦਾ ਹਿੱਸਾ ਨਹੀਂ ਹੈ। ESTA ਇੱਕ ਆਨਲਾਈਨ ਸਿਸਟਮ ਹੈ ਜਿਸ ਵਿੱਚ VWP ਦੇਸ਼ਾਂ ਦੇ ਯਾਤਰੀਆਂ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਦਾਖਲ ਹੋਣ ਤੋਂ ਪਹਿਲਾਂ ਇਲੈਕਟ੍ਰੋਨਿਕ ਯਾਤਰਾ ਅਧਿਕਾਰ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ। ਸੋ ਇਸ ਸਾਲ 4 ਜੁਲਾਈ ਨੂੰ ਡੋਨਾਲਡ ਟਰੰਪ ਨੇ ਵਨ ਬਿਗ ਬਿਊਟੀਫੁਲ ਬਿੱਲ ਐਕਟ ਨੂੰ ਕਾਨੂੰਨ ਵਿੱਚ ਤਬਦੀਲ ਕਰ ਦਿੱਤਾ। ਉੱਤਰੀ ਕੈਰੋਲੀਨਾ ਦੇ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਸ਼ਾਰਲਟ ਸ਼ਹਿਰ ਵਿੱਚ ਸੰਘੀ ਇਮੀਗ੍ਰੇਸ਼ਨ ਕਾਰਵਾਈ ਖਤਮ ਹੋ ਗਈ ਹੈ, ਜਿਸ ਨਾਲ 5 ਦਿਨਾਂ ਤੋਂ ਚੱਲ ਰਹੇ ਇਮੀਗ੍ਰੇਸ਼ਨ ਛਾਪੇ ਅਤੇ ਵਿਰੋਧ ਪ੍ਰਦਰਸ਼ਨ ਖਤਮ ਹੋ ਗਏ ਹਨ। ਵੀਰਵਾਰ ਨੂੰ ਸ਼ਾਰਲਟ ਦੇ ਮੇਅਰ ਵੀ ਲਾਇਲਸ ਨੇ ਕਿਹਾ ਹੈ ਕਿ ਯੂਨਾਈਟਿਡ ਸਟੇਟਸ ਬਾਰਡਰ ਪੈਟਰੋਲ ਨੇ ਡੈਮੋਕ੍ਰੇਟ ਦੀ ਅਗਵਾਈ ਵਾਲੇ ਸ਼ਹਿਰ ਤੇ ਆਪਣੀ ਕਾਰਵਾਈ ਨੂੰ ਖਤਮ ਕਰ ਦਿੱਤਾ ਹੈ। ਅਜਿਹਾ ਲੱਗਦਾ ਹੈ ਕਿ US ਬਾਰਡਰ ਪੈਟਰੋਲ ਨੇ ਸ਼ਾਰਲਟ ਵਿੱਚ ਆਪਣਾ ਕੰਮ ਬੰਦ ਕਰ ਦਿੱਤਾ ਹੈ ਤੇ ਉਹ ਆਪਣੇ ਭਾਈਚਾਰੇ ਅਤੇ ਨਿਵਾਸੀਆਂ, ਕਾਰੋਬਾਰਾਂ ਅਤੇ ਉਹਨਾਂ ਸਾਰਿਆਂ ਲਈ ਰਾਹਤ ਮਹਿਸੂਸ ਕਰ ਰਹੀ ਹੈ ਜੋ ਇਸ ਘੁਸਪੈਠ ਤੋਂ ਪ੍ਰਭਾਵਿਤ ਹੋਏ ਅਤੇ ਨਿਸ਼ਾਨਾ ਬਣੇ ਹਨ। ਉਹਨਾਂ ਨੇ ਸੋਸ਼ਲ ਮੀਡੀਆ ਤੇ ਇਹ ਲਿਖਿਆ। ਉਹਨਾਂ ਨੇ ਵੀ ਕਿਹਾ ਕਿ ਜਿਵੇਂ-ਜਿਵੇਂ ਅਸੀਂ ਅੱਗੇ ਵਧਦੇ ਹਾਂ, ਇਹ ਜ਼ਰੂਰੀ ਹੈ ਕਿ ਅਸੀਂ ਇਕੱਠੇ ਹੋਈਏ। ਹਾਲੀਆ ਘਟਨਾਵਾਂ ਦੁਆਰਾ ਵੰਡੇ ਗਏ ਵੱਖਰੇ ਸਮੂਹਾਂ ਵਜੋਂ ਨਹੀਂ, ਸਗੋਂ ਇੱਕ ਸ਼ਾਲਟ ਭਾਈਚਾਰੇ ਵਜੋਂ।
ਮੈਕਲੇਨਬਰਗ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਇਹ ਵੀ ਕਿਹਾ ਹੈ ਕਿ ਸੰਘੀ ਅਧਿਕਾਰੀਆਂ ਨੇ ਸ਼ੈਰਿਫ ਗੈਰੀ ਮੈਕਫੇਡਨ ਨੂੰ ਭਰੋਸਾ ਦਿੱਤਾ ਸੀ ਕਿ ਉਹਨਾਂ ਨੇ ਆਪਰੇਸ਼ਨ ਸ਼ਾਲਟੋਸ ਵੈਬ ਨੂੰ ਪੂਰਾ ਕਰ ਲਿਆ ਅਤੇ ਵੀਰਵਾਰ ਨੂੰ ਕੋਈ ਹੋਰ ਕਾਰਵਾਈ ਨਹੀਂ ਹੋਈ। ਇਹ ਸਪਸ਼ਟ ਕਰਨਾ ਮਹੱਤਵਪੂਰਨ ਹੈ ਕਿ ਜਦਕਿ ਸ਼ਾਰਲੋਟ ਦਾ ਵੈਬ ਆਪਰੇਸ਼ਨ ਖਤਮ ਹੋ ਗਿਆ ਹੈ, ਯੂਐਸ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਮੈਕਲੇਨਬਰਗ ਕਾਉਂਟੀ ਵਿੱਚ ਹਮੇਸ਼ਾ ਵਾਂਗ ਕੰਮ ਕਰਨਾ ਜਾਰੀ ਰੱਖੇਗਾ, ਸ਼ਹਿਰੀ ਵਿਭਾਗ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ। ਸੋ ਇਸ ਸੰਘੀ ਕਾਨੂੰਨ ਦੇ ਅਨੁਸਾਰ ਕਿਸੇ ਵੀ ਗੈਰ ਦਸਤਾਵੇਜ਼ੀ ਪ੍ਰਵਾਸੀ ਨੂੰ ਹਿਰਾਸਤ ਵਿੱਚ ਲੈਣ, ਫੜਨ ਅਤੇ ਹਿਰਾਸਤ ਵਿੱਚ ਲੈਣ ਦਾ ਪੂਰਾ ਅਧਿਕਾਰ ਰੱਖਦਾ ਹੈ। ਇਹ ਕਾਰਵਾਈ 15 ਨਵੰਬਰ ਨੂੰ ਸ਼ੁਰੂ ਹੋਈ ਸੀ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਐਲਾਨ ਕੀਤਾ ਸੀ ਕਿ ਉਹ ਸ਼ਾਲਟ ਲਈ ਵਸੀਲੇ ਵਧਾ ਰਿਹਾ ਹੈ। ਇਸ ਨੇ ਸਥਾਨਕ ਅਧਿਕਾਰੀਆਂ ਤੇ ਸੈਂਚੁਰੀ ਨੀਤੀਆਂ ਅਪਣਾਉਣ ਦਾ ਦੋਸ਼ ਲਗਾ ਕੇ ਇਸ ਵਾਅਦੇ ਨੂੰ ਜਾਇਜ਼ ਠਹਿਰਾਇਆ ਜੋ ਬਿਨਾਂ ਦਸਤਾਵੇਜ਼ਾਂ ਵਾਲੇ ਲੋਕਾਂ ਨੂੰ ਅਮਰੀਕੀ ਸੜਕਾਂ ਤੇ ਆਜ਼ਾਦ ਘੁੰਮਣ ਦੀ ਆਗਿਆ ਦਿੰਦੀਆਂ ਹਨ। ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਫਾਈਲਾਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਪੂਰਾ ਸਿਸਟਮ ਦਬਾਅ ਹੇਠ ਆ ਗਿਆ ਹੈ। ਪੈਂਡਿੰਗ ਮਾਮਲੇ ਲਗਭਗ 10 ਲੱਖ ਤੱਕ ਪਹੁੰਚ ਚੁੱਕੇ ਹਨ ਅਤੇ ਇਸ ਦਾ ਸਭ ਤੋਂ ਵੱਡਾ ਅਸਰ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਤੇ ਸਪਸ਼ਟ ਦਿਖ ਰਿਹਾ ਹੈ। ਕੈਨੇਡਾ ਦੇ ਵਿੱਚ ਰਹਿੰਦੇ ਬੱਚਿਆਂ ਨੂੰ ਮਿਲਣ ਆਉਣ ਵਾਲੇ ਮਾਤਾ-ਪਿਤਾ ਤੇ ਬਜ਼ੁਰਗ ਹੁਣ ਬੇਹੱਦ ਦੇਰੀ ਦਾ ਸਾਹਮਣਾ ਕਰ ਰਹੇ ਹਨ। ਭਾਰਤੀਆਂ ਦੇ ਵਿਜ਼ਟਰ ਵੀਜ਼ਾ ਦੀ ਪ੍ਰੋਸੈਸਿੰਗ ਲਗਭਗ 100 ਦਿਨ ਤੱਕ ਖਿੱਚ ਗਈ ਹੈ। ਸੁਪਰ ਵੀਜ਼ਾ ਜੋ ਮਾਤਾ-ਪਿਤਾ ਤੇ ਬਜ਼ੁਰਗਾਂ ਲਈ ਬੇਹੱਦ ਜ਼ਰੂਰੀ ਹੁੰਦਾ ਹੈ, ਇਸ ਲਈ 169 ਦਿਨ ਦੀ ਲੰਬੀ ਉਡੀਕ ਕਰਨੀ ਪੈ ਰਹੀ ਹੈ। ਮਾਤਾ-ਪਿਤਾ ਦਾਦਾ-ਦਾਦੀ ਸ਼੍ਰੇਣੀ ਦੇ ਵਿੱਚ ਵੇਟਿੰਗ 42 ਹਫ਼ਤੇ ਜਦਕਿ ਕਿਊਬੈਕ ਵਿੱਚ ਇਹ 50 ਹਫ਼ਤਿਆਂ ਤੱਕ ਪਹੁੰਚ ਗਈ ਹੈ। ਪਹਿਲੇ ਭਾਰਤੀਆਂ ਨੂੰ ਕੈਨੇਡਾ ਦਾ 10 ਸਾਲ ਦਾ ਮਲਟੀਪਲ ਐਂਟਰੀ ਵੀਜ਼ਾ ਆਸਾਨੀ ਨਾਲ ਮਿਲ ਜਾਂਦਾ ਹੈ, ਪਰ ਨਵੀਂ ਨੀਤੀ 'ਚ ਇਸ ਨੂੰ ਘਟਾ ਕੇ ਸਿਰਫ 3.5 ਸਾਲ ਕਰ ਦਿੱਤਾ ਗਿਆ ਹੈ ਅਤੇ ਝਟਕਾ ਇਹ ਹੈ ਕਿ ਮਲਟੀਪਲ ਐਂਟਰੀ ਵਿਕਲਪ ਲਗਭਗ ਖਤਮ ਕਰ ਦਿੱਤਾ ਗਿਆ। ਇਸ ਦਾ ਅਰਥ ਇਹ ਹੈ ਕਿ ਇਸ ਵਾਰ ਭਾਰਤ ਆਉਣ ਤੋਂ ਬਾਅਦ ਮੁੜ ਨਵਾਂ ਵੀਜ਼ਾ ਅਪਲਾਈ ਕਰਨਾ ਹੋਵੇਗਾ, ਜਿਸ ਨਾਲ ਯਾਤਰਾਵਾਂ ਪਹਿਲੇ ਦੀ ਤੁਲਨਾ 'ਚ ਔਖੀਆਂ ਹੋ ਗਈਆਂ ਹਨ। ਵੀਜ਼ਾ ਮਾਹਰ ਇਹ ਕਹਿੰਦੇ ਹਨ ਕਿ ਇਹ ਸਖਤੀਆਂ ਸਭ ਤੋਂ ਵੱਧ ਪੰਜਾਬੀ ਪਰਿਵਾਰਾਂ ਨੂੰ ਝੱਲਣੀਆਂ ਪੈ ਰਹੀਆਂ ਹਨ। ਕੈਨੇਡਾ ਦੇ ਵਿੱਚ ਲਗਭਗ 7 ਲੱਖ ਪੰਜਾਬੀ ਨੌਜਵਾਨ ਰਹਿੰਦੇ ਹਨ। ਮਾਤਾ-ਪਿਤਾ ਅਤੇ ਰਿਸ਼ਤੇਦਾਰ ਅਕਸਰ ਮਿਲਣ ਜਾਂਦੇ ਹਨ, ਪਰ ਹੁਣ ਇਹ ਆਉਣਾ ਜਾਣਾ ਪਹਿਲਾ ਵਰਗਾ ਆਸਾਨ ਨਹੀਂ ਰਿਹਾ। ਇਮੀਗ੍ਰੇਸ਼ਨ ਵਿਭਾਗ ਵਿੱਚ ਬੈਕਲੌਗ ਬਹੁਤ ਵੱਧ ਚੁੱਕਿਆ ਹੈ। ਮਨੁੱਖੀ ਆਧਾਰ ਤੇ ਅਰਜ਼ੀਕਾਰਾਂ ਨੂੰ 106 ਮਹੀਨੇ ਤੱਕ ਇੰਤਜ਼ਾਰ ਕਰਨਾ ਪਏਗਾ। ਸਪਾਊਸ ਵੀਜ਼ਾ ਦੇ ਲਗਭਗ 50,000 ਅਰਜ਼ੀਆਂ ਅਟਕੀਆਂ ਹੋਈਆਂ ਹਨ। ਕੈਨੇਡੀਅਨ ਨਾਗਰਿਕਤਾ ਦੇ 2,59,000 ਤੋਂ ਵੱਧ ਕੇਸ ਵੀ ਲਾਈਨ ਦੇ ਵਿੱਚ ਹਨ। ਹਾਲਾਂਕਿ 80% ਨੂੰ ਸਮੇਂ ਤੇ ਨਿਪਟਾਉਣ ਦੀ ਉਮੀਦ ਹੈ। ਬਦਲਦੀਆਂ ਨੀਤੀਆਂ ਨਾਲ ਵਧਿਆ ਤਣਾਅ, ਵੀਜ਼ਾ ਨੀਤੀਆਂ 'ਚ ਸਖਤੀ, ਮਲਟੀਪਲ ਐਂਟਰੀ ਦੀ ਕਟੌਤੀ ਅਤੇ ਰਿਕਾਰਡ ਪੈਂਡਿੰਗ ਕਰਕੇ ਭਾਰਤੀ ਖਾਸ ਕਰਕੇ ਪੰਜਾਬੀ ਪਰਿਵਾਰ ਬਹੁਤ ਪਰੇਸ਼ਾਨ ਹਨ, ਜਿਨ੍ਹਾਂ ਦੇ ਬੱਚੇ ਹਜ਼ਾਰਾਂ ਕਿਲੋਮੀਟਰ ਦੂਰ ਕੈਨੇਡਾ ਦੇ ਵਿੱਚ ਰਹਿ ਰਹੇ ਹਨ। ਉਹ ਹੁਣ ਯਾਤਰਾ ਲਈ ਲੰਮੇ ਇੰਤਜ਼ਾਰ ਅਤੇ ਔਖੀਆਂ ਕਾਰਵਾਈਆਂ ਦਾ ਸਾਹਮਣਾ ਕਰ ਰਹੇ ਹਨ। ਕੈਨੇਡਾ ਦੇ ਵਿੱਚ ਸੈਂਕੜੇ ਪੰਜਾਬੀ ਨੌਜਵਾਨਾਂ ਨੂੰ ਵਾਪਸੀ ਦਾ ਜਹਾਜ਼ ਚੜ੍ਹਨ ਦੇ ਲਈ ਮਜਬੂਰ ਕਰ ਦਿੱਤਾ ਗਿਆ ਅਤੇ ਆਪਣੇ ਸੁਪਨਿਆਂ ਦੇ ਮੁਲਕ ਵਿੱਚੋਂ ਕੱਢੇ ਜਾਣ ਤੋਂ ਬਚਣ ਦੇ ਲਈ ਉਹਨਾਂ ਨੇ ਆਰ ਜਾਂ ਪਾਰ ਦਾ ਸੰਘਰਸ਼ ਵਿੱਢ ਦਿੱਤਾ ਹੈ। ਓਨਟਾਰੀਓ ਵਿਧਾਨ ਸਭਾ ਦੇ ਬਾਹਰ ਲਗਾਤਾਰ ਤੀਜੇ ਦਿਨ ਵੀ ਰੋਸ ਵਿਖਾਵੇ ਵਿੱਚ ਸ਼ਾਮਲ ਨੌਜਵਾਨਾਂ ਨੇ ਕਿਹਾ ਕਿ ਅਰਜ਼ੀਆਂ ਉੱਤੇ ਮੁੜ ਵਿਚਾਰ ਕੀਤੇ ਜਾਣ ਦਾ ਭਰੋਸਾ ਮਿਲਣ ਤੋਂ ਬਾਅਦ ਹੀ ਉਹ ਧਰਨਾ ਖਤਮ ਕਰਨਗੇ। ਡਗ ਫੋਰਡ ਸਰਕਾਰ ਵਿਰੁੱਧ ਚੱਲ ਰਹੀ ਨਾਅਰੇਬਾਜ਼ੀ ਦੌਰਾਨ ਪੰਜਾਬੀ ਨੌਜਵਾਨਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਨ ਅਤੇ ਇਸ ਤੋਂ ਇਲਾਵਾ ਵਿਰੋਧੀ ਧਿਰ ਦੀ ਆਗੂ ਮੈਰਿਟ ਸਟਾਈਲਸ ਵੀ ਪੁੱਜੇ ਸੀ। ਰਿਪੋਰਟ ਦੇ ਮੁਤਾਬਕ ਧੋਖਾਧੜੀ ਜਾਂ ਗੁੰਮਰਾਹਕੁਨ ਜਾਣਕਾਰੀ ਪੇਸ਼ ਕਰਨ ਦਾ ਦੋਸ਼ ਲਾਉਂਦਿਆਂ ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਅਧੀਨ ਆਈਆਂ ਸੈਂਕੜੇ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ, ਜਦਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ 1 ਲੱਖ ਹੁਨਰਮੰਦ ਕਾਮਿਆਂ ਦੀ ਜ਼ਰੂਰਤ ਹੋਣ ਦਾ ਰਾਗ ਅਲਾਪ ਰਹੀ ਸੀ। ਇਸ ਦੇ ਉਲਟ ਪੰਜਾਬੀ ਨੌਜਵਾਨਾਂ ਦੀ ਸ਼ਿਕਾਇਤ ਹੈ ਕਿ ਓਨਟਾਰੀਓ ਸਰਕਾਰ ਨੇ ਉਹਨਾਂ ਨੂੰ ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣ ਦਾ ਮੌਕਾ ਹੀ ਨਹੀਂ ਦਿੱਤਾ ਅਤੇ ਇੱਕ ਪਾਸੜ ਤੌਰ ਤੇ ਅਰਜ਼ੀਆਂ ਰੱਦ ਕਰ ਦਿੱਤੀਆਂ। ਇਮੀਗ੍ਰੇਸ਼ਨ ਘੁੰਮਣ ਕੇਰੀ ਵਿੱਚ ਫਸੇ ਸੈਂਕੜੇ ਪੰਜਾਬੀ ਨੌਜਵਾਨਾਂ ਵਿੱਚੋਂ ਇੱਕ ਨੇ ਦੱਸਿਆ ਕਿ ਉਹ ਸਟੱਡੀ ਵੀਜ਼ਾ ਜਨਵਰੀ 2021 ਵਿੱਚ ਕੈਨੇਡਾ ਪੁੱਜਾ ਅਤੇ ਵਰਕ ਪਰਮਿਟ ਮਿਲਣ ਮਗਰੋਂ ਵਿੰਡਸਰ ਦੀ ਇੱਕ ਕੰਪਨੀ ਵਿੱਚ ਕਾਰਪੈਂਟਰ ਦੀ ਨੌਕਰੀ ਕਰ ਲਈ। ਇਸ ਤੋਂ ਇਲਾਵਾ ਉਸਨੇ ਕਿਹਾ ਕਿ ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਅਧੀਨ ਦਿਲਚਸਪੀ ਦਾ ਪ੍ਰਗਟਾਵਾ ਕਰਨ ਮਗਰੋਂ ਕਿਰਤ ਮੰਤਰਾਲੇ ਵੱਲੋਂ ਅਰਜ਼ੀ ਦਾਇਰ ਕਰਨ ਦਾ ਸੱਦਾ ਦਿੱਤਾ ਗਿਆ, ਪਰ 2 ਸਾਲ ਅਰਜ਼ੀ ਪ੍ਰਵਾਨ ਹੋਣ ਦੀ ਉਡੀਕ ਕਰਦਾ ਰਿਹਾ ਅਤੇ ਹੁਣ ਥੋਕ ਦੇ ਭਾਅ ਅਰਜ਼ੀਆਂ ਰੱਦ ਹੋਣ ਦਾ ਫਰਮਾਨ ਆ ਗਿਆ। ਉਧਰ ਐਨਡੀਪੀ ਦੀ ਵਿਧਾਇਕ ਅਲੈਕਸਾ ਨੇ ਕਿਹਾ ਹੈ ਕਿ ਅਕਤੂਬਰ ਦੇ ਅੰਤ ਤੱਕ ਤਕਰੀਬਨ 2600 ਐਪਲੀਕੈਂਟਸ ਆਪਣੀ ਅਰਜ਼ੀ ਪ੍ਰਵਾਨ ਹੋਣ ਦੀ ਉਡੀਕ ਕਰ ਰਹੇ ਸਨ
ਅਲੈਕਸਾ ਨੇ ਕਿਹਾ ਹੈ ਕਿ ਖੜੇ ਪੈਰ ਅਰਜ਼ੀਆਂ ਰੱਦ ਕਰਨਾ ਬਿਨੇਕਾਰਾਂ ਵਾਸਤੇ ਤਬਾਹਕੁਨ ਸਾਬਤ ਹੋਵੇਗਾ। ਦੂਜੇ ਪਾਸੇ ਕਿਰਤ ਮੰਤਰਾਲੇ ਦੇ ਡਾਇਰੈਕਟਰ ਵੱਲੋਂ ਭੇਜੀ ਈਮੇਲ ਵਿੱਚ ਕਿਹਾ ਗਿਆ ਹੈ ਕਿ ਸਾਰੇ ਬਿਨੇਕਾਰਾਂ ਦੀ ਫੀਸ ਵਾਪਸ ਕੀਤੀ ਜਾਵੇਗੀ ਅਤੇ ਯੋਗਤਾ ਸ਼ਰਤਾਂ ਪੂਰੀਆਂ ਕਰਨ ਵਾਲੇ ਉਮੀਦਵਾਰ ਮੁੜ ਅਰਜ਼ੀ ਦਾਇਰ ਕਰ ਸਕਦੇ ਹਨ। ਠੰਡ ਵਿੱਚ ਖੁੱਲੇ ਆਸਮਾਨ ਹੇਠ ਨਾਅਰੇਬਾਜ਼ੀ ਕਰਦਿਆਂ ਨੌਜਵਾਨਾਂ ਨੇ ਮੰਗ ਕੀਤੀ ਹੈ ਕਿ ਧੋਖਾਧੜੀ ਦੇ ਸਬੂਤ ਪੇਸ਼ ਕੀਤੇ ਜਾਣ। ਮੁਜ਼ਾਹਰਕਾਰੀਆਂ ਵਿੱਚ ਸ਼ਾਮਲ ਸਫਨਾ ਨੇ ਦੱਸਿਆ ਕਿ ਉਸਨੇ 2021 ਵਿੱਚ ਬਤੌਰ ਵੈਲਡਰ ਵਾਟਰਲੂ ਦੀ ਕੰਪਨੀ ਵਿੱਚ ਕੰਮ ਸ਼ੁਰੂ ਕੀਤਾ। ਅਪ੍ਰੈਲ 2024 ਵਿੱਚ ਉਹ INP ਅਧੀਨ ਅਰਜ਼ੀ ਦਾਖਲ ਕਰਨ ਮਗਰੋਂ ਵਧੇਰੇ ਦਸਤਾਵੇਜ਼ਾਂ ਬਾਰੇ ਸਿਰਫ ਇੱਕ ਵਾਰ ਕੋਲ ਆਈ। ਅਮਰੀਕਾ ਵਿੱਚ ਵਾਪਰੇ ਰੂਹ ਕੰਬਾਊ ਸੜਕ ਹਾਦਸੇ ਦੌਰਾਨ 21 ਸਾਲ ਦੇ ਟਰੱਕ ਡਰਾਈਵਰ ਗੁਰਪ੍ਰਤਾਪ ਸਿੰਘ ਖਰੋੜ ਦੀ ਮੌਤ ਹੋ ਗਈ ਹੈ। ਗੁਰਪ੍ਰਤਾਪ ਦੇ ਭਰਾ ਕਰਮਜੋਤ ਸਿੰਘ ਨੇ ਦੱਸਿਆ ਕਿ ਉਹ ਦੋਵੇਂ ਸੁਨਹਿਰੀ ਭਵਿੱਖ ਦੀ ਭਾਲ ਵਿੱਚ ਦਸੰਬਰ 2021 ਵਿੱਚ ਅਮਰੀਕਾ ਆਏ ਸਨ। ਵਰਕ ਪਰਮਿਟ ਮਿਲਣ ਮਗਰੋਂ ਗੁਰਪ੍ਰਤਾਪ ਸਿੰਘ ਨੇ ਟਰੱਕਿੰਗ ਸੈਕਟਰ ਵਿੱਚ ਜਾਣ ਦਾ ਮਨ ਬਣਾਇਆ ਅਤੇ ਸਿਖਲਾਈ ਲੈਣ ਲੱਗਾ। ਇਸੇ ਦੌਰਾਨ ਉਸਨੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹਾਸਲ ਕਰਦਿਆਂ ਟਰੱਕ ਚਲਾਉਣਾ ਸ਼ੁਰੂ ਕਰ ਦਿੱਤਾ। ਪਿਛਲੇ ਦਿਨੀ ਉਹ ਡੈਲਸ ਤੋਂ ਕੈਲੀਫੋਰਨੀਆ ਵਾਪਸ ਆ ਰਿਹਾ ਸੀ ਜਦੋਂ ਹਾਈਵੇ 58 ਤੇ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਅਤੇ ਗੁਰਪ੍ਰਤਾਪ ਸਿੰਘ ਜ਼ਖਮਾਂ ਦੀ ਤਾਬ ਨਾ ਚੱਲਦਾ ਹੋਇਆ ਦਮ ਤੋੜ ਗਿਆ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਅਫਸਰਾਂ ਨੇ ਦੱਸਿਆ ਕਿ ਹਾਦਸੇ ਵਿੱਚ ਕੋਈ ਹੋਰ ਵਹੀਕਲ ਸ਼ਾਮਲ ਨਹੀਂ ਸੀ ਅਤੇ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਉਧਰ ਕਰਮਜੋਤ ਸਿੰਘ ਵੱਲੋਂ ਗੁਰਪ੍ਰਤਾਪ ਦੀ ਦੇਹ ਪੰਜਾਬ ਭੇਜਣ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਗਈ ਹੈ। ਇਸੇ ਦੌਰਾਨ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦੀ ਹਿਰਾਸਤ ਵਿੱਚ ਮੌਜੂਦ ਪੰਜਾਬੀ ਟਰੱਕ ਡਰਾਈਵਰਾਂ ਵੱਲੋਂ ਆਪਣੀ ਰਿਹਾਈ ਵਾਸਤੇ ਚਾਰਾਜੋਈ ਕੀਤੀ ਜਾ ਰਹੀ ਹੈ। 21 ਸਾਲ ਦਾ ਸਿਮਰਨਪ੍ਰੀਤ ਸਿੰਘ ਇਨ੍ਹਾਂ ਵਿੱਚੋਂ ਇੱਕ ਹੈ ਜਿਸ ਨੂੰ ਓਕਲਾਹੋਮਾ ਸੂਬੇ ਵਿੱਚ ਨਾਕੇ ਦੌਰਾਨ ਕਾਬੂ ਕੀਤਾ ਗਿਆ। ਇੰਟਰਸਟੇਟ 40 ਤੇ ਆਈਸ ਵਾਲਿਆਂ ਨੇ ਉਸ ਦਾ ਟਰੱਕ ਰੋਕਿਆ ਅਤੇ ਸਾਰੇ ਕਾਗਜ਼ ਮੌਜੂਦ ਹੋਣ ਦੇ ਬਾਵਜੂਦ ਉਸ ਨੂੰ ਗ੍ਰਿਫਤਾਰ ਕਰਕੇ ਟੈਕਸ ਦੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਵਿੱਚ ਭੇਜ ਦਿੱਤਾ ਗਿਆ। ਸਿਮਰਨਪ੍ਰੀਤ ਦੇ ਸਾਥੀਆਂ ਮੁਤਾਬਕ ਉਸ ਨੂੰ 1 ਮਹੀਨੇ ਦੇ ਅੰਦਰ ਡਿਪੋਰਟ ਕਰਨ ਬਾਰੇ ਆਖਿਆ ਗਿਆ ਹੈ। ਇੰਡੀਆਨਾ ਪੁਲਿਸ ਦੇ ਜਸਪ੍ਰੀਤ ਸਿੰਘ ਮੁਤਾਬਕ ਸਿਮਰਨਪ੍ਰੀਤ ਨੂੰ ਅਮਰੀਕਾ ਭੇਜਣ ਲਈ ਉਸਦੇ ਮਾਪਿਆਂ ਨੇ ਲੱਖਾਂ ਰੁਪਏ ਦਾ ਕਰਜ਼ਾ ਲਿਆ ਅਤੇ ਹੁਣ ਗ੍ਰਿਫਤਾਰੀ ਮਗਰੋਂ ਉਸਦੇ ਅਮਰੀਕਾ ਵਿੱਚ ਰਹਿਣ ਦੇ ਆਸਾਰ ਖਤਮ ਹੋ ਚੁੱਕੇ ਹਨ। ਦੂਜੇ ਪਾਸੇ ਆਪਣਾ ਸਭ ਕੁਝ ਵੇਚ ਵਟ ਕੇ ਅਮਰੀਕਾ ਪੁੱਜਾ ਦਲਵੀਰ ਸਿੰਘ ਵੀ ਆਈਸ ਦੇ ਅੜਿੱਕੇ ਆ ਗਿਆ ਅਤੇ ਉਸਦੇ ਸਾਥੀ ਅਦਾਲਤੀ ਲੜਾਈ ਰਾਹੀਂ ਉਸ ਨੂੰ ਰਿਹਾ ਕਰਵਾਉਣ ਦੇ ਯਤਨ ਕਰ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬ੍ਰਾਜ਼ੀਲ ਦੇ ਨਾਲ ਵਪਾਰਕ ਸਬੰਧਾਂ ਵਿੱਚ ਸੁਧਾਰ ਲਿਆਉਂਦੇ ਹੋਏ ਇੱਕ ਹੋਰ ਅਹਿਮ ਫੈਸਲਾ ਲਿਆ। ਉਹਨਾਂ ਨੇ ਬ੍ਰਾਜ਼ੀਲ ਤੋਂ ਆਯਾਤ ਕੀਤੇ ਜਾਣ ਵਾਲੇ ਜਹਾਜ਼ਾਂ ਦੇ ਪੁਰਜ਼ਿਆਂ ਤੇ ਲੱਗਾ 40% ਟੈਰਿਫ ਹਟਾ ਦਿੱਤਾ ਹੈ। ਇਹ ਰਾਹਤ ਉਸ ਸਮੇਂ ਆਈ ਹੈ ਜਦੋਂ ਅਮਰੀਕਾ ਦੇ ਅੰਦਰ ਵੱਧਦੀ ਮਹਿੰਗਾਈ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਇੱਕ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਗੱਲਬਾਤ ਚੱਲ ਰਹੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਰਾਸ਼ਟਰਪਤੀ ਟਰੰਪ ਨੇ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਸਨ ਜਿਸ ਤਹਿਤ ਹੇਠ ਕੁਝ ਬ੍ਰਾਜ਼ੀਲੀਅਨ ਉਤਪਾਦਾਂ ਤੇ ਲੱਗੇ ਟੈਰਿਫ ਘਟਾਏ ਗਏ ਹਨ ਜਿਵੇਂ ਕਿ ਖਾਣ ਪੀਣ ਦੀਆਂ ਵਸਤੂਆਂ, ਕੌਫੀ, ਫਲ ਅਤੇ ਬੀਫ, ਹੋਰ ਸਮਾਨ ਜਿਵੇਂ ਕੋਕੋ ਅਤੇ ਖੇਤੀਬਾੜੀ ਉਤਪਾਦ। ਇਨ੍ਹਾਂ ਟੈਰਿਫਾਂ ਨੂੰ ਹਟਾਉਣ ਦਾ ਮੁੱਖ ਉਦੇਸ਼ ਅਮਰੀਕਾ ਵਿੱਚ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਨੂੰ ਘਟਾਉਣਾ ਅਤੇ ਮਹਿੰਗਾਈ ਨੂੰ ਕੰਟਰੋਲ ਕਰਨਾ ਹੈ। ਟੈਸਲਾ ਦੇ CEO ਐਲਨ ਮਸਕ ਮੁੜ ਤੋਂ ਅਮਰੀਕੀ ਸਿਆਸਤ ਦੇ ਕੇਂਦਰ 'ਚ ਵਾਪਸ ਆ ਗਏ ਹਨ। ਰਾਸ਼ਟਰਪਤੀ ਟਰੰਪ ਨਾਲ ਟਕਰਾਅ ਦੇ ਲਗਭਗ 6 ਮਹੀਨਿਆਂ ਬਾਅਦ ਉਹ ਰਾਜਧਾਨੀ ਵਾਸ਼ਿੰਗਟਨ 'ਚ ਜਨਤਕ ਸਮਾਗਮ 'ਚ ਸ਼ਾਮਲ ਹੋਏ। ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਸਨਮਾਨ 'ਚ ਆਯੋਜਿਤ ਟਰੰਪ ਦੇ ਸਟੇਟ ਡਿਨਰ 'ਚ ਐਲਨ ਮਸਕ ਵੀ ਸ਼ਾਮਲ ਹੋਏ। ਮਸਕ ਆਪਣੀ ਨਵੀਂ ਸਿਆਸੀ ਪਾਰਟੀ ਬਣਾਉਣ ਦੀ ਯੋਜਨਾ ਨੂੰ ਵੀ ਰੱਦ ਕਰ ਚੁੱਕੇ ਹਨ। ਮਸਕ ਨੇ ਇਹ ਵੀ ਕਿਹਾ ਕਿ ਉਹ 2026 ਦੀਆਂ ਮੱਧਕਾਲੀ ਚੋਣਾਂ ਦੇ ਵਿੱਚ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਉਮੀਦਵਾਰਾਂ ਦਾ ਸਮਰਥਨ ਕਰਨਗੇ ਅਤੇ ਫੰਡਿੰਗ ਵੀ ਕਰਨਗੇ। ਇਸ ਰਾਹੀਂ ਉਹਨਾਂ ਨੇ ਸੰਕੇਤ ਦਿੱਤਾ ਕਿ ਉਹ ਟਕਰਾਅ ਨਹੀਂ ਸਗੋਂ ਦੋਸਤੀ ਦਾ ਰਸਤਾ ਚੁਣ ਰਹੇ ਹਨ। ਮਸਕ ਦੀ ਮਈ 'ਚ ਵਾਸ਼ਿੰਗਟਨ ਛੱਡਣ ਸਮੇਂ ਤਸਵੀਰ ਅੱਜ ਨਾਲੋਂ ਬਿਲਕੁਲ ਵੱਖਰੀ ਸੀ। ਉਸ ਸਮੇਂ ਮਸਕ ਟਰੰਪ ਪ੍ਰਸ਼ਾਸਨ ਦੇ ਬਿਗ ਬਿਊਟੀਫੁਲ ਬਿੱਲ ਅਤੇ ਆਪਣੀ ਨਜ਼ਦੀਕੀ ਸਹਿਯੋਗੀ ਜੈਰੇਡ ਆਈਜ਼ੈਕਮੈਨ ਨੂੰ ਨਾਸਾ ਮੁਖੀ ਨਾ ਬਣਾਏ ਜਾਣ ਤੋਂ ਨਾਰਾਜ਼ ਹਨ। ਮਸਕ ਨੇ ਦਾਅਵਾ ਕੀਤਾ ਸੀ ਕਿ ਟਰੰਪ ਯੌਨ ਅਪਰਾਧੀ ਜੈਫਰੀ ਐਪਸਟਾਈਨ ਦੇ ਨਾਲ ਸੰਬੰਧਿਤ ਗੁਪਤ ਦਸਤਾਵੇਜ਼ ਇਸ ਲਈ ਜਾਰੀ ਨਹੀਂ ਕਰ ਰਹੇ ਹਨ ਕਿਉਂਕਿ ਉਹਨਾਂ 'ਚ ਉਸ ਦਾ ਵੀ ਨਾਂ ਹੈ। ਮਸਕ ਨੇ ਜਨਤਕ ਤੌਰ ਤੇ ਤੀਜੀ ਪਾਰਟੀ ਬਣਾਉਣ ਅਤੇ ਰਿਪਬਲਿਕਨ ਪਾਰਟੀ ਨੂੰ ਚੁਣੌਤੀ ਦੇਣ ਦਾ ਐਲਾਨ ਵੀ ਕੀਤਾ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ 350% ਟੈਰਿਫ ਲਗਾਉਣ ਦੀ ਧਮਕੀ ਦੇ ਕੇ ਉਹਨਾਂ ਦੇ ਵਿਚਕਾਰ ਚੱਲ ਰਹੇ ਹਮਲਿਆਂ ਨੂੰ ਰੁਕਵਾਇਆ ਸੀ ਅਤੇ ਇਸ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਬਾਅਦ ਵਿੱਚ ਉਹਨਾਂ ਨੂੰ ਫੋਨ ਕਰਕੇ ਕਿਹਾ ਸੀ ਕਿ ਅਸੀਂ ਯੁੱਧ ਨਹੀਂ ਕਰਾਂਗੇ। ਟਰੰਪ ਨੇ 60 ਤੋਂ ਵੱਧ ਵਾਰ ਇਹ ਦਾਅਵਾ ਦੁਹਰਾਇਆ ਕਿ ਉਹਨਾਂ ਨੇ ਇਸ ਸਾਲ ਮਈ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਣਾਅ ਘਟਾਉਣ ਵਿੱਚ ਮਦਦ ਕੀਤੀ ਸੀ ਜਦਕਿ ਭਾਰਤ ਨੇ ਲਗਾਤਾਰ ਕਿਸੇ ਵੀ ਤੀਜੀ ਧਿਰ ਦੇ ਦਖਲ
ਤੋਂ ਇਨਕਾਰ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਵਿਵਾਦਾਂ ਨੂੰ ਸੁਲਝਾਉਣ ਵਿੱਚ ਚੰਗੇ ਹਨ ਅਤੇ ਹਮੇਸ਼ਾ ਰਿਹਾ ਹੈ ਤੇ ਉਹ ਪਿਛਲੇ ਕੁਝ ਸਾਲਾਂ ਵਿੱਚ ਅਤੇ ਪਹਿਲਾਂ ਵੀ ਇਸ ਦਿਸ਼ਾ ਵਿੱਚ ਵਧੀਆ ਕੰਮ ਕੀਤਾ ਹੈ। ਉਹਨਾਂ ਨੇ ਕਿਹਾ ਕਿ ਉਹ ਵੱਖ-ਵੱਖ ਯੁੱਧਾਂ ਬਾਰੇ ਗੱਲ ਕਰ ਰਹੇ ਹਨ, ਜਿਵੇਂ ਕਿ ਭਾਰਤ ਪਾਕਿਸਤਾਨ ਉਹ ਪਰਮਾਣੂ ਹਥਿਆਰਾਂ ਨਾਲ ਹਮਲਾ ਕਰਨ ਵਾਲੇ ਸਨ। ਟਰੰਪ ਨੇ ਅਮਰੀਕਾ ਸਾਊਦੀ ਨਿਵੇਸ਼ ਫੋਰਮ ਵਿੱਚ ਦਾਅਵਾ ਕੀਤਾ ਕਿ ਉਸਨੇ ਦੋਵਾਂ ਗੁਆਂਢੀ ਪਰਮਾਣੂ ਹਥਿਆਰਬੰਦ ਦੇਸ਼ਾਂ ਨੂੰ ਕਿਹਾ ਸੀ ਕਿ ਉਹ ਜੰਗ ਜਾਰੀ ਰੱਖ ਸਕਦੇ ਹਨ, ਪਰ ਉਹ ਦੋਵਾਂ ਦੇਸ਼ਾਂ ਤੇ 350% ਟੈਰਿਫ ਲਗਾ ਰਹੇ ਹਨ। ਉਹ ਹੁਣ ਅਮਰੀਕਾ ਨਾਲ ਵਪਾਰ ਨਹੀਂ ਕਰ ਸਕਣਗੇ। ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਵੀ ਅਮਰੀਕਾ ਸਾਊਦੀ ਨਿਵੇਸ਼ ਫੋਰਮ ਵਿੱਚ ਸ਼ਿਰਕਤ ਕੀਤੀ। ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਨੇ ਉਹਨਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ ਸੀ। ਅਮਰੀਕੀ ਰਾਸ਼ਟਰਪਤੀ ਦੇ ਅਨੁਸਾਰ ਉਹਨਾਂ ਦੋਵਾਂ ਦੇਸ਼ਾਂ ਨੂੰ ਕਿਹਾ ਕਿ ਉਹ ਇਹ ਕਰਨ ਜਾ ਰਹੇ ਹਨ, ਯਾਨੀ ਕਿ ਜਦੋਂ ਟਰੰਪ ਨੇ ਕਿਹਾ ਕਿ ਟੈਰਿਫ ਲਗਾਉਣ ਜਾ ਰਹੇ ਹਨ ਅਤੇ ਉਹ ਨਹੀਂ ਚਾਹੁੰਦੇ ਕਿ ਤੁਸੀਂ ਲੋਕ ਇੱਕ ਦੂਜੇ ਦੇ ਵਿਰੁੱਧ ਪਰਮਾਣੂ ਹਥਿਆਰ ਦੀ ਵਰਤੋਂ ਕਰੋ, ਲੱਖਾਂ ਲੋਕਾਂ ਨੂੰ ਮਾਰੋ ਅਤੇ ਲਾਸ ਐਂਜਲਸ ਉੱਤੇ ਪਰਮਾਣੂ ਧੂੜ ਉਡਾਓ। ਸੋ ਟਰੰਪ ਨੇ ਫਿਰ ਕਿਹਾ ਕਿ ਉਹ ਪੂਰੀ ਤਰ੍ਹਾਂ ਤਿਆਰ ਹਨ ਅਤੇ ਉਹਨਾਂ ਨੇ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸਨ ਨੂੰ ਕਿਹਾ ਹੈ ਕਿ ਉਹ ਟਕਰਾਅ ਨੂੰ ਖਤਮ ਕਰਨ ਲਈ 350% ਟੈਰਿਫ ਲਗਾਉਣ। ਇਸ ਬਿਆਨ ਤੋਂ ਬਾਅਦ, ਯਾਨੀ ਕਿ ਇਸ ਟੈਰਿਫ ਦੀ ਧਮਕੀ ਤੋਂ ਬਾਅਦ ਹੀ ਭਾਰਤ ਪਾਕਿਸਤਾਨ ਦਾ ਯੁੱਧ ਰੁਕਿਆ ਹੈ। ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਤੋਂ ਇਸ ਚੀਜ਼ ਦਾ ਦਾਅਵਾ ਕੀਤਾ। ਓਨਟਾਰੀਓ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਆਗੂ ਮੈਰੀਟ ਸਟਾਈਲਜ਼ ਨੂੰ ਸਦਨ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਜਦੋਂ ਉਹਨਾਂ ਨੇ ਡਗ ਫੋਰਡ ਸਰਕਾਰ ਨੂੰ ਸ਼ਰੇਆਮ ਭ੍ਰਸ਼ਟ ਆਖ ਦਿੱਤਾ। ਮੁੱਦਾ ਸਕਿੱਲਜ਼ ਡਿਵੈਲਪਮੈਂਟ ਫੰਡ ਵਿੱਚ ਕਰੋੜਾਂ ਡਾਲਰ ਦੇ ਘਪਲੇ ਨਾਲ ਸੰਬੰਧਿਤ ਹੈ। ਐਡੀਟਰ ਜਨਰਲ ਦੀ ਰਿਪੋਰਟ ਕਹਿੰਦੀ ਹੈ ਕਿ ਡਗ ਫੋਰਡ ਸਰਕਾਰ ਨੇ ਹੇਠਲੀ ਦਰਜਾਬੰਦੀ ਵਾਲੀਆਂ ਕੰਪਨੀਆਂ ਨੂੰ ਸਰਕਾਰੀ ਪੈਸਾ ਵੰਡਿਆ ਅਤੇ ਸਾਰੀਆਂ ਵਿਰੋਧੀ ਪਾਰਟੀਆਂ ਇਸ ਮਸਲੇ ਤੇ ਕਿਰਤ ਮੰਤਰੀ ਡੇਵਿਡ ਪਚੀਨੀ ਦਾ ਅਸਤੀਫਾ ਮੰਗ ਰਹੀਆਂ ਹਨ। ਉਧਰ ਡੇਵਿਡ ਪਚੀਨੀ ਕੁਝ ਵੀ ਗਲਤ ਨਾ ਕੀਤਾ ਹੋਣ ਦੀ ਦਲੀਲ ਦਿੰਦਿਆਂ ਅਸਤੀਫਾ ਦੇਣ ਤੋਂ ਸਾਫ਼ ਨਾ ਕਰ ਚੁੱਕੇ ਹਨ ਅਤੇ ਪ੍ਰੀਮੀਅਰ ਡਗ ਫੋਰਡ ਦਾ ਥਾਪੜਾ ਵੀ ਉਹਨਾਂ ਨੂੰ ਹਾਸਲ ਹੈ। ਵਿਧਾਨ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਐਨਡੀਪੀ ਆਗੂ ਨੇ ਸੂਬਾ ਸਰਕਾਰ ਨੂੰ ਭ੍ਰਸ਼ਟ ਆਖਿਆ ਤਾਂ ਸਪੀਕਰ ਡੋਨਾ ਕੈਲੀ ਨੇ ਉਹਨਾਂ ਨੂੰ ਸ਼ਬਦ ਵਾਪਸ ਲੈਣ ਲਈ ਆਖਿਆ, ਪਰ ਮੈਰੀ ਸਟਾਈਲਜ਼ ਨੇ ਨਾ ਕਰ ਦਿੱਤੀ। ਸਦਨ ਵਿੱਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਮੈਰੀ ਸਟਾਈਲਜ਼ ਨੇ ਦੁਹਰਾਇਆ ਕਿ ਉਹ ਸਰਕਾਰ ਨੂੰ ਕਰਪਟ ਮੰਨਦੇ ਹਨ। ਰੋਜ਼ਾਨਾ ਕਿਰਤ ਮੰਤਰੀ ਤੋਂ ਸਫਾਈ ਮੰਗੀ ਜਾਂਦੀ ਹੈ ਅਤੇ ਪ੍ਰੀਮੀਅਰ ਨੂੰ ਵੀ ਸਵਾਲਾਂ ਦੇ ਜਵਾਬ ਦੇਣ ਵਾਸਤੇ ਆਖਿਆ ਜਾਂਦਾ ਹੈ, ਪਰ ਦੋਸ਼ ਦੂਜਿਆਂ ਉੱਤੇ ਸੁੱਟੇ ਜਾ ਰਹੇ ਹਨ। ਕਿਰਤ ਮੰਤਰੀ ਇੱਕ ਦਿਨ ਕਹਿੰਦੇ ਹਨ ਕਿ ਕੰਪਨੀਆਂ ਦੀ ਚੋਣ ਕਰਨ ਵਾਸਤੇ ਉਹ ਜ਼ਿੰਮੇਵਾਰ ਹਨ, ਪਰ ਦੂਜੇ ਦਿਨ ਕਹਿੰਦੇ ਹਨ ਕਿ ਨੌਕਰਸ਼ਾਹੀ ਜ਼ਿੰਮੇਵਾਰ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਮਾਮਲੇ ਦੀ ਘੋਖ ਕਰ ਰਹੀ ਹੈ ਅਤੇ ਇਸ ਤੋਂ ਬਾਅਦ ਪੜਤਾਲ ਆਰੰਭੇ ਜਾਣ ਦਾ ਫੈਸਲਾ ਲਿਆ ਜਾ ਸਕਦਾ ਹੈ। ਸੀਬੀਸੀ ਦੀ ਰਿਪੋਰਟ ਮੁਤਾਬਕ ਕੀਲ ਡਿਜੀਟਲ ਸੋਲਿਊਸ਼ਨਜ਼ ਸ਼ੱਕ ਦੇ ਘੇਰੇ ਵਿੱਚ ਹੈ। ਕੰਪਨੀ ਦਾ ਕਹਿਣਾ ਹੈ ਕਿ ਪੁਲਿਸ ਅਫਸਰਾਂ ਨੂੰ ਡਿਜੀਟਲ ਮੈਂਟਲ ਹੈਲਥ ਸਪੋਰਟ ਮੁਹੱਈਆ ਕਰਵਾਉਣ ਵਾਸਤੇ ਆਰਥਿਕ ਸਹਾਇਤਾ ਮਿਲੀ ਹੈ ਅਤੇ ਨੌਕਰਸ਼ਾਹੀ ਦੀ ਦਰਜਾਬੰਦੀ ਪ੍ਰਣਾਲੀ ਵਿੱਚ ਹੇਠਲੀ ਦਰਜਾਬੰਦੀ ਇਸ ਕਰਕੇ ਹੈ ਕਿਉਂਕਿ ਕੰਪਨੀ ਕਿਸੇ ਚੀਜ਼ ਦਾ ਨਿਰਮਾਣ ਨਹੀਂ ਕਰਦੀ। ਕੰਪਨੀ ਨੇ ਦਲੀਲ ਦਿੱਤੀ ਹੈ ਕਿ 25% ਅੰਕ ਸਿਰਫ ਮੈਨੂਫੈਕਚਰਿੰਗ ਨਾਲ ਸੰਬੰਧਿਤ ਹਨ ਅਤੇ ਡਿਜੀਟਲ ਮੈਂਟਲ ਹੈਲਥ ਪਲੇਟਫਾਰਮ ਕੋਈ ਚੀਜ਼ ਤਿਆਰ ਨਹੀਂ ਕਰ ਸਕਦਾ। ਬ੍ਰਾਜ਼ੀਲ ਦੇ ਬੇਲੇਮ ਵਿੱਚ ਚੱਲ ਰਹੀ UN COP20 ਕਲਾਈਮੇਟ ਸਿਖਰ ਵਾਰਤਾ ਵਾਲੇ ਮੁੱਖ ਵੈਨਿਊ ਵਿੱਚ ਅੱਗ ਲੱਗਣ ਨਾਲ ਘੱਟੋ-ਘੱਟ 21 ਵਿਅਕਤੀ ਜ਼ਖਮੀ ਹੋ ਗਏ, ਜਦਕਿ ਹਜ਼ਾਰਾਂ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਭੱਜਣਾ ਪਿਆ। ਅੱਗ ਸਥਾਨਕ ਸਮੇਂ ਮੁਤਾਬਕ ਵੀਰਵਾਰ ਦੁਪਹਿਰ 2 ਵਜੇ ਦੇ ਕਰੀਬ ਬਲੂ ਜ਼ੋਨ ਵਿੱਚ ਲੱਗੀ, ਜਿੱਥੇ ਮੁੱਖ ਪਲੈਨਰੀ ਹਾਲ ਸਣੇ ਸਾਰੀਆਂ ਬੈਠਕਾਂ, ਗੱਲਬਾਤ, ਕੰਟਰੀ ਪੈਵੇਲੀਅਨ, ਮੀਡੀਆ ਸੈਂਟਰ ਤੇ ਸਾਰੇ ਹਾਈ ਪ੍ਰੋਫਾਈਲ ਪਤਵੰਤਿਆਂ ਦੇ ਦਫ਼ਤਰ ਸਨ। ਜਿਵੇਂ ਹੀ ਅੱਗ ਲੱਗਣ ਦੀ ਖਬਰ ਫੈਲੀ, ਲੋਕ ਸੁਰੱਖਿਆ ਲਈ ਸਾਰੇ ਐਗਜ਼ਿਟ ਗੇਟਾਂ ਤੋਂ ਬਾਹਰ ਭੱਜ ਗਏ। ਅਧਿਕਾਰੀਆਂ ਨੇ ਪੂਰੀ ਸੁਰੱਖਿਆ ਜਾਂਚ ਲਈ ਸਥਾਨ ਨੂੰ ਬੰਦ ਕਰ ਦਿੱਤਾ ਅਤੇ ਕਰੀਬ 6 ਘੰਟਿਆਂ ਮਗਰੋਂ ਰਾਤ 8:40 ਤੇ ਕੰਟਰੀ ਪੈਵਿਲੀਅਨਸ ਜਿੱਥੇ ਅੱਗ ਲੱਗੀ ਸੀ ਉਸ ਨੂੰ ਛੱਡ ਕੇ ਇਸ ਨੂੰ ਮੁੜ ਖੋਲ ਦਿੱਤਾ। ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ਾਮੀ 6 ਵਜੇ ਤੱਕ ਅਪਡੇਟ ਕੀਤੇ ਗਏ ਆંકੜੇ ਅਨੁਸਾਰ ਬਲੂ ਜ਼ੋਨ ਵਿੱਚ ਲੱਗੀ ਅੱਗ ਕਰਕੇ 21 ਵਿਅਕਤੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਡਾਕਟਰੀ ਇਲਾਜ ਮੁਹੱਈਆ ਕੀਤਾ ਗਿਆ। ਇਨ੍ਹਾਂ ਵਿੱਚੋਂ 19 ਜਾਣਿਆਂ ਨੂੰ ਧੂਏ ਕਰਕੇ ਸਾਹ ਲੈਣ ਵਿੱਚ ਦਿੱਕਤ ਦੇ ਮਾਮਲੇ ਹਨ। ਉਂਝ ਅੱਗ ਕਾਰਨ ਕਿਸੇ ਵਿਅਕਤੀ ਦੇ ਝੁਲਸਣ ਤੋਂ ਬਚਾ ਰਿਹਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਨੇ ਵੀਰਵਾਰ ਨੂੰ ਆਗਰਾ ਵਿੱਚ ਤਾਜ ਮਹਿਲ ਦਾ ਦੌਰਾ ਕੀਤਾ ਅਤੇ ਇੱਕ ਵਿਸਤ੍ਰਿਤ ਸੁਰੱਖਿਆ ਪ੍ਰਬੰਧਾਂ ਹੇਠ ਲਗਭਗ 1 ਘੰਟਾ ਸਮਾਰਕ ਵਿੱਚ ਵੱਖ-ਵੱਖ ਥਾਵਾਂ ਤੇ ਬਿਤਾਇਆ। ਅਧਿਕਾਰੀਆਂ ਨੇ ਦੱਸਿਆ ਕਿ ਟਰੰਪ ਜੂਨੀਅਰ ਦੁਪਹਿਰ 3:30 ਵਜੇ ਦੇ ਕਰੀਬ ਸਮਾਰਕ ਤੇ ਪਹੁੰਚੇ ਅਤੇ ਕੰਪਲੈਕਸ ਦੇ ਅੰਦਰ, ਜਿਸ ਵਿੱਚ ਪ੍ਰਸਿੱਧ ਡਾਇਨਾ ਬੈਂਚ ਵੀ ਸ਼ਾਮਲ ਹੈ, ਇੱਕ ਵਿਆਪਕ ਫੋਟੋ ਸੈਸ਼ਨ ਕਰਵਾਇਆ।
ਇੱਕ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੇ ਤਾਜ ਮਹਿਲ ਦੇ ਇਤਿਹਾਸ ਅਤੇ ਉਸਾਰੀ ਵਿੱਚ ਡੂੰਘੀ ਦਿਲਚਸਪੀ ਦਿਖਾਈ ਅਤੇ ਆਪਣੇ ਗਾਈਡ ਨੂੰ ਇਸ ਦੇ ਆਰਕੀਟੈਕਚਰ ਬਾਰੇ ਵਿਸਤ੍ਰਿਤ ਸਵਾਲ ਪੁੱਛੇ। ਅਧਿਕਾਰੀਆਂ ਨੇ ਨੋਟ ਕੀਤਾ ਕਿ ਟੂਰ ਦੌਰਾਨ ਗਾਈਡ ਨਿਤਿਨ ਸਿੰਘ ਟਰੰਪ ਜੂਨੀਅਰ ਦੇ ਨਾਲ ਸਨ। ਸਿੰਘ ਉਹੀ ਗਾਈਡ ਹਨ ਜਿਨ੍ਹਾਂ ਨੇ 2020 ਦੇ ਦੌਰੇ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਮਾਰਕ ਦਿਖਾਇਆ ਸੀ। ਇਸ ਦੌਰੇ ਦੇ ਲਈ ਸੁਰੱਖਿਆ ਨੂੰ ਮਹੱਤਵਪੂਰਨ ਤੌਰ ਤੇ ਸਖਤ ਕਰ ਦਿੱਤਾ ਗਿਆ ਸੀ। ਸਥਾਨਕ ਪੁਲਿਸ ਤੋਂ ਇਲਾਵਾ ਅਮਰੀਕਾ ਤੋਂ ਵੀ ਸੁਰੱਖਿਆ ਕਰਮਚਾਰੀ ਤੈਨਾਤ ਕੀਤੇ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਟਰੰਪ ਜੂਨੀਅਰ ਦੇ ਉਦੈਪੁਰ ਵਿੱਚ ਇੱਕ ਹਾਈ ਪ੍ਰੋਫਾਈਲ ਡੈਸਟੀਨੇਸ਼ਨ ਵਿਆਹ ਵਿੱਚ ਸ਼ਾਮਲ ਹੋਣ ਦੀ ਵੀ ਉਮੀਦ ਹੈ। ਅਮਰੀਕਾ ਨੇ ਸਾਬਕਾ ਕੈਨੇਡੀਅਨ ਓਲੰਪਿਕ ਐਥਲੀਟ ਤੋਂ ਡਰੱਗ ਕਿੰਗਪਿਨ ਬਣੇ ਰਿਆਨ ਵੈਡਿੰਗ ਦੀ ਗ੍ਰਿਫਤਾਰੀ ਤੇ ਇਨਾਮ $10 ਮਿਲੀਅਨ ਤੋਂ ਵਧਾ ਕੇ $15 ਮਿਲੀਅਨ ਕਰ ਦਿੱਤਾ ਹੈ। ਵੈਡਿੰਗ ਨਾਲ ਜੁੜੇ ਇਸ ਮਾਮਲੇ 'ਚ ਆਪਰੇਸ਼ਨ ਜੁਆਇੰਟ ਸਲੈਲਮ ਦੇ ਹਿੱਸੇ ਵਜੋਂ ਕੈਨੇਡਾ ਦੇ ਵਿੱਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਵੈਡਿੰਗ ਤੇ $1 ਬਿਲੀਅਨ ਦੀ ਡਰੱਗ ਸਮਗਲਿੰਗ, ਸਿਨਾਲੋਆ ਕਾਰਟੇਲ ਨਾਲ ਗੱਠਜੋੜ ਅਤੇ ਗਵਾਹ ਦੇ ਕਤਲ ਦਾ ਦੋਸ਼ ਹੈ। ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਦੇ ਸਹਾਇਕ ਅਟਾਰਨੀ ਬਿਲਾਲ ਇਸੇਲੀ ਨੇ ਕਿਹਾ ਕਿ ਨਵੀਂ ਯੂਐਸ ਫੈਡਰਲ ਚਾਰਜਸ਼ੀਟ 'ਚ ਹੁਣ 15 ਲੋਕਾਂ ਤੇ ਦੋਸ਼ ਲਗਾਇਆ ਗਿਆ। ਅਮਰੀਕਾ ਅਤੇ ਕੈਨੇਡਾ ਦੇ ਟੌਪ ਲਾਅ ਐਨਫੋਰਸਮੈਂਟ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 7 ਦੋਸ਼ੀਆਂ 'ਚ ਕੈਨੇਡਾ ਦੇ ਮੰਨੇ ਪ੍ਰਮੰਨੇ ਡਿਫੈਂਸ ਲਾਇਕ ਦੀਪਕ ਪ੍ਰਾਡਕਰ ਵੀ ਸ਼ਾਮਲ ਹਨ। ਪ੍ਰਾਡਕਰ ਤੇ ਅਮਰੀਕਾ 'ਚ ਇੱਕ ਗਵਾਹ ਦੇ ਕਤਲ ਦੀ ਸਾਜ਼ਿਸ਼ ਰਚਨ 'ਚ ਮਦਦ ਕਰਨ ਦਾ ਦੋਸ਼ ਲਗਾਇਆ ਗਿਆ। ਉਸੇ ਦੋਸ਼ ਹੈ ਕਿ ਉਸਨੇ ਆਪਣੇ ਮੁਵੱਕਿਲ ਸਾਬਕਾ ਕੈਨੇਡੀਅਨ ਓਲੰਪਿਕ ਐਥਲੀਟ ਤੋਂ ਡਰੱਗ ਲੋਡ ਬਣੇ ਰਿਆਨ ਵੈਡਿੰਗ ਨੂੰ ਸਲਾਹ ਦਿੱਤੀ ਸੀ ਕਿ ਜੇ ਉਹ ਇੱਕ ਮੁੱਖ FBI ਦੇ ਗਵਾਹ ਦਾ ਕਤਲ ਕਰਦਾ ਹੈ ਤਾਂ ਉਸ ਵਿਰੁੱਧ ਕੇਸ ਖਾਰਜ ਕੀਤਾ ਜਾ ਸਕਦਾ ਹੈ। ਰਿਪੋਰਟ ਅਨੁਸਾਰ FBI ਦੇ ਗਵਾਹ ਦਾ ਨਾਂ ਜੋਨਾਥਨ ਗਾਰਸੀਆ ਸੀ। ਉਸ ਨੂੰ ਇਸ ਸਾਲ ਜਨਵਰੀ 'ਚ ਕੋਲੰਬੀਆ ਦੇ ਮੈਡੇਲਿਨ ਸ਼ਹਿਰ 'ਚ ਇੱਕ ਰੈਸਟੋਰੈਂਟ 'ਚ ਸਿਰ 'ਚ 5 ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਪ੍ਰਾਡਕਰ ਜੋ ਸੋਸ਼ਲ ਮੀਡੀਆ ਤੇ ਕੋਕੇਨ ਲਾਇਰ ਦੇ ਨਾਂ ਨਾਲ ਜਾਣੇ ਜਾਂਦੇ ਹਨ, ਉਸਦੇ ਨਿਆਂ 'ਚ ਰੁਕਾਵਟ ਪਾਉਣ, ਗਵਾਹਾਂ ਨਾਲ ਛੇੜਛਾੜ ਕਰਨ ਅਤੇ ਕਤਲ ਲਈ ਉਕਸਾਉਣ ਸਮੇਤ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਗੈਰ ਕਾਨੂੰਨੀ ਅਫਗਾਨ ਨਿਵਾਸੀਆਂ ਤੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਮਹੀਨੇ ਹੀ 6000 ਤੋਂ ਵੱਧ ਲੋਕਾਂ ਨੂੰ ਅਫਗਾਨਿਸਤਾਨ ਭੇਜ ਦਿੱਤਾ ਗਿਆ। ਇੱਕ ਮੰਤਰੀ ਨੇ ਇਸ ਬਾਰੇ ਦੱਸਿਆ। ਪੰਜਾਬ ਸਰਕਾਰ ਨੇ 130 ਮਿਲੀਅਨ ਲੋਕਾਂ ਦੇ ਇਸ ਸੂਬੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਅਫਗਾਨਾਂ ਬਾਰੇ ਜਾਣਕਾਰੀ ਦੇਣ ਵਾਲੇ ਪਾਕਿਸਤਾਨੀਆਂ ਨੂੰ ਨਕਦ ਇਨਾਮ ਦੀ ਪੇਸ਼ਕਸ਼ ਵੀ ਕੀਤੀ ਹੈ। ਪੰਜਾਬ ਦੀ ਸੂਚਨਾ ਮੰਤਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੰਜਾਬ ਵਿੱਚ ਗੈਰ ਕਾਨੂੰਨੀ ਅਫਗਾਨਾਂ ਵਿਰੁੱਧ ਮੁਹਿੰਮ ਪੂਰੇ ਜ਼ੋਰਾਂ ਤੇ ਹੈ। ਇਹ ਕਾਰਵਾਈ ਪੂਰੇ ਸੂਬੇ ਵਿੱਚ ਇੱਕ ਸੰਗਠਿਤ, ਕਾਨੂੰਨੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਗੈਰ ਕਾਨੂੰਨੀ ਅਫਗਾਨਾਂ ਦੀ ਪਛਾਣ ਕਰਨ ਵਾਲਿਆਂ ਨੂੰ ਨਗਦ ਇਨਾਮ ਦਿੱਤੇ ਗਏ ਸਨ ਅਤੇ ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਮੰਤਰੀ ਨੇ ਵੀ ਕਿਹਾ ਕਿ ਨਵੰਬਰ ਵਿੱਚ 6220 ਗੈਰ ਕਾਨੂੰਨੀ ਅਫਗਾਨ ਨਾਗਰਿਕਾਂ ਨੂੰ ਪੰਜਾਬ ਤੋਂ ਅਫਗਾਨਿਸਤਾਨ ਭੇਜ ਦਿੱਤਾ ਗਿਆ ਸੀ ਅਤੇ ਇਹ ਮੁਹਿੰਮ ਜਾਰੀ ਰਹੇਗੀ। ਉਹਨਾਂ ਨੇ ਕਿਹਾ ਸਰਕਾਰ ਇਸ ਮਾਮਲੇ ਵਿੱਚ ਜ਼ੀਰੋ ਟੋਲਰੈਂਸ ਨੀਤੀ ਦੀ ਸਖਤੀ ਨਾਲ ਪਾਲਣਾ ਕਰ ਰਹੀ ਹੈ। ਪਿਛਲੇ ਮਹੀਨੇ ਪੰਜਾਬ ਸਰਕਾਰ ਨੇ ਸੂਬੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲਗਭਗ 22000 ਅਫਗਾਨ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦਿੱਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਰਤਗਾਲੀ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨਾਲ ਰਾਤ ਦਾ ਖਾਣਾ ਖਾਣ ਤੋਂ ਕੁਝ ਦਿਨ ਬਾਅਦ ਇੱਕ AI ਜਨਰੇਟਿਡ ਵੀਡੀਓ ਸਾਂਝਾ ਕੀਤਾ। ਵੀਡੀਓ ਵਿੱਚ ਟਰੰਪ ਕ੍ਰਿਸਟੀਆਨੋ ਨਾਲ ਫੁੱਟਬਾਲ ਖੇਡਦੇ ਦਿਖਾਈ ਦੇ ਰਹੇ ਹਨ। AI ਜਨਰੇਟਿਡ ਵੀਡੀਓ ਵਿੱਚ ਟਰੰਪ ਵਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਕ੍ਰਿਸਟੀਆਨੋ ਰੋਨਾਲਡੋ ਨਾਲ ਕੀਪ ਅਪਸ ਹੈਡਰ ਅਤੇ ਡ੍ਰਿਬਲ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਪੋਸਟ ਕਰਦੇ ਸਮੇਂ ਟਰੰਪ ਨੇ ਕੈਪਸ਼ਨ ਵਿੱਚ ਲਿਖਿਆ, ਰੋਨਾਲਡੋ ਇੱਕ ਵਧੀਆ ਵਿਅਕਤੀ ਹੈ। ਵਾਈਟ ਹਾਊਸ ਵਿੱਚ ਉਹਨਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ। ਸੱਚਮੁੱਚ ਸਮਾਰਟ ਅਤੇ ਸ਼ਾਨਦਾਰ। ਟਰੰਪ ਨੇ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਤਿਆਰ ਕੀਤਾ ਵੀਡੀਓ ਪੋਸਟ ਕੀਤਾ ਜਿਸ ਵਿੱਚ ਉਹ ਵਾਈਟ ਹਾਊਸ ਦੇ ਅੰਦਰ ਪੁਰਤਗਾਲੀ ਸਟਾਰ ਨਾਲ ਫੁੱਟਬਾਲ ਖੇਡਦੇ ਹੋਏ ਦਿਖਾਈ ਦੇ ਰਹੇ ਹਨ। ਦੋਵਾਂ ਨੂੰ ਓਵਲ ਆਫਿਸ ਵਿੱਚ ਗੇਂਦ ਨੂੰ ਕਿੱਕ ਮਾਰਦੇ ਦੇਖਿਆ ਜਾ ਸਕਦਾ ਹੈ ਜਦਕਿ ਟਰੰਪ ਗੇਂਦ ਨੂੰ ਰੋਕਣ ਲਈ ਘੁੰਮਦੇ ਹਨ। ਇਸ ਪੋਸਟ ਨੂੰ 44 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ 20 ਲੱਖ ਤੋਂ ਵੱਧ ਲਾਈਕਸ ਪ੍ਰਾਪਤ ਹੋਏ ਹਨ। ਸੋਸ਼ਲ ਮੀਡੀਆ ਉਪਭੋਗਤਾ ਇਸ ਤੇ ਵੱਖ-ਵੱਖ ਤਰੀਕਿਆਂ ਨਾਲ ਪ੍ਰਤੀਕਿਰਿਆ ਦੇ ਰਹੇ ਹਨ, ਕੁਝ ਤਾਂ ਮਜ਼ਾਕ ਵੀ ਕਰ ਰਹੇ ਹਨ। ਇੱਕ ਉਪਭੋਗਤਾ ਨੇ ਲਿਖਿਆ ਕਿ ਜਿਸ ਤਰੀਕੇ ਨਾਲ ਉਹ ਟਰੰਪ ਨੂੰ ਗੇਂਦ ਨੂੰ ਹੈਡ ਕਰਨ ਲਈ ਝੁਕਦੇ ਹੋਏ ਦੇਖਦਾ ਹੈ ਤਾਂ ਉਸ ਨੂੰ ਹੋਰ ਵੀ ਹਾਸੋਹੀਣਾ ਬਣਾ ਦਿੰਦਾ ਹੈ, ਜਦਕਿ ਇੱਕ ਹੋਰ ਨੇ ਕਿਹਾ ਕਿ ਨਫ਼ਰਤ ਕਰਨ ਵਾਲੇ ਕਹਿਣਗੇ ਕਿ ਇਹ AI ਹੈ। ਇੱਕ ਹੋਰ ਉਪਭੋਗਤਾ ਨੇ ਕਿਹਾ ਕਿ ਉਹ ਸੱਚਮੁੱਚ ਸੋਚਿਆ ਸੀ ਕਿ ਇਹ ਇੱਕ ਮੀਮ ਪੇਜ ਸੀ। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮਿਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।